ਅਖਬਾਰਾਂ ਬੋਲਦੀ ਸੈਗਮੈਂਟ ਦੇ ਵਿੱਚ ਅੱਜ ਇਤਿਹਾਸ ਨੂੰ ਫਰੋਲਾਂਗੇ। ਇੱਕ ਵਾਰੀ ਫਿਰ ਤੋਂ ਭਾਰਤ ਵਿੱਚ ਇਹਤਿਆਤੀ ਹਿਰਾਸਤ ਦਾ ਇਤਿਹਾਸ। ਜਿਹੜੀਆਂ ਇਹਤਿਆਤੀ ਹਿਰਾਸਤ ਦਾ ਤੁਸੀਂ ਸਮਝ ਗਏ ਹੋ, ਪੰਜਾਬੀ ਦਾ ਵੈਸੇ ਲਫ਼ਜ਼ ਹੈ। ਬਹੁਤ ਖੋਜ ਭਰਪੂਰ ਲੇਖ ਹੈ ਪਰਵਿੰਦਰ ਸਿੰਘ ਢੀਂਡਸਾ, ਉਹਨਾਂ ਲਿਖਿਆ ਹੈ। ਤੋਕੋ ਕਰਦਾ ਪੰਜਾਬੀ ਟ੍ਰਿਬਿਊਨ ਅਖਬਾਰ ਦਾ ਇਹ ਲੇਖ ਆਪ ਜੀ ਨੂੰ ਪਸੰਦ ਆਵੇਗਾ। ਜੇ ਚੰਗਾ ਲੱਗੇ ਤਾਂ ਵੀ, ਨਾ ਚੰਗਾ ਲੱਗੇ ਤਾਂ ਵੀ। ਤਾਂ ਬਈ ਨੰਬਰ ਹੈ ਸਟੂਡੀਓ ਦੇ ਸਮੇਂ ਦਰਮਿਆਨ 905 813 1320 9058131320 ਤੇ ਤੁਸੀਂ ਕਾਲ ਕਰ ਸਕਦੇ ਹੋ। CJMR 1320 ਮੀਟਰ ਬੈਂਡ ਤੇ ਕੁਝ ਇਸ ਪ੍ਰਕਾਰ। ਇਤਿਆਤੀ ਹਿਰਾਸਤ, ਇਹਤਿਆਤੀ ਜਾਂ ਰੋਕਥਾਮ ਲਈ ਨਜ਼ਰਬੰਦੀ ਦਾ ਨਾਂ ਸੁਣਦਿਆਂ ਹੀ ਜਿਹੜੀ ਹੈ ਨਾ ਰੀੜ ਸਰਦ ਹੋਣ ਲੱਗਦੀ ਹੈ। ਰੀੜ ਸਧਾਰਨ ਸ਼ਬਦਾਂ ਦੇ ਵਿੱਚ ਇਸ ਦਾ ਮਤਲਬ ਸਮਝਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਕਿਸੇ ਆਦਮੀ ਨੂੰ ਇਸ ਲਈ ਗ੍ਰਿਫਤਾਰ ਕਰਨਾ ਤਾਂ ਕਿ ਉਹ ਕਿਤੇ ਕੋਈ ਅਪਰਾਧ ਨਾ ਕਰ ਦੇਵੇ। ਇਹਤਿਆਤੀ ਗੱਲ ਮੂਲ ਰੂਪ ਵਿੱਚ ਲੇਖ ਕਹਿੰਦਾ ਕੁਦਰਤੀ ਅਤੇ ਮਨੁੱਖੀ ਅਧਿਕਾਰਾਂ ਦੇ ਵਿਰੋਧ ਵਿੱਚ ਜਾਂਦੀ ਲੱਗਦੀ ਹੈ। ਫਿਰ ਵੀ ਦੁਨੀਆ ਦਾ ਲਗਭਗ ਹਰ ਮੁਲਕ, ਹਰ ਦੇਸ਼, ਹਰ ਕੰਟਰੀ ਹੀ ਪ੍ਰੀਵੈਂਟ ਡਿਟੈਂਸ਼ਨ ਕਾਨੂੰਨ ਦਾ ਸਹਾਰਾ ਲੈਂਦਾ ਹੈ। ਅਮਰੀਕਾ ਨੇ ਸੰਨ 1978 ਵਿੱਚ ਸਪੇਨ ਤੋਂ ਆਜ਼ਾਦੀ ਪ੍ਰਾਪਤ ਲਈ ਆਪਣੇ ਗੁਆਂਢੀ ਮੁਲਕ ਕਿਊਬਾ ਦੀ ਮਦਦ ਕੀਤੀ ਸੀ। ਅਮਰੀਕਾ ਨੇ ਸੰਨ 1978 ਵਿੱਚ ਸਪੇਨ ਤੋਂ ਆਜ਼ਾਦੀ ਪ੍ਰਾਪਤੀ ਲਈ ਆਪਣੇ ਗੁਆਂਢੀ ਮੁਲਕ ਕਿਊਬਾ ਦੀ ਮਦਦ ਕੀਤੀ ਸੀ। ਬਦਲੇ ਵਿੱਚ ਅਮਰੀਕਾ ਨੇ ਕਿਊਬਾ ਤੋਂ ਗੁਆਟਾਨਾਮਾ ਬੇ ਨਾਮੀ ਇਲਾਕਾ ਪਟੇ ਤੇ ਲੈ ਕੇ ਉੱਥੇ ਆਪਣਾ ਪ੍ਰੀਵੈਂਟਿਵ ਡਿਟੈਂਸ਼ਨ ਸੈਂਟਰ ਬਣਾਇਆ, ਜਿੱਥੇ ਅਮਰੀਕਾ ਵਿਰੋਧੀ ਲੋਕਾਂ ਨੂੰ, ਖਾਸ ਕਰਕੇ ਦੁਸ਼ਮਣ ਮੁਲਕਾਂ ਦੇ ਸ਼ਖਸ ਜਿਹੜੇ ਨੇ, ਬੰਦੇ ਜਿਹੜੇ ਨੇ, ਉਹਨਾਂ ਨੂੰ ਕੈਦੀ ਬਣਾ ਕੇ ਰੱਖਿਆ ਹੈ ਤੇ ਉਹਨਾਂ ਨਾਲ ਕੀਤੇ ਜਾਂਦੇ ਅਣਮਨੁੱਖੀ ਵਿਹਾਰ ਕਰਕੇ ਇਹ ਸੈਂਟਰ ਅਮਰੀਕਾ ਦੀ ਧਰਤੀ ਤੋਂ ਬਾਹਰ ਬਣਾਇਆ ਗਿਆ ਹੈ। ਬਾਅਦ ਵਿੱਚ ਅਖਬਾਰ ਕਹਿੰਦਾ ਕਿ ਕਾਫੀ ਯਤਨਾਂ ਤੋਂ ਬਾਅਦ ਵੀ ਇਹ ਬੰਦ ਨਾ ਕੀਤਾ ਜਾ ਸਕਿਆ ਤੇ ਇੰਗਲੈਂਡ ਵਿੱਚ ਵੀ ਪਹਿਲੇ ਅਤੇ ਦੂਸਰੇ ਸੰਸਾਰ ਯੁੱਧਾਂ ਸਮੇਂ ਵਿਦੇਸ਼ੀ ਦੁਸ਼ਮਣਾਂ ਦੇ ਨਾਲ ਨਜਿੱਠਣ ਲਈ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਗਏ ਸਨ। ਭਾਰਤ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਕਾਨੂੰਨਾਂ ਦੀ ਸ਼ੁਰੂਆਤ ਬਸਤੀਵਾਦੀ ਸ਼ਾਸਨ ਦੌਰਾਨ ਹੋਈ, ਜਦ 1915 ਵਿੱਚ ਪਹਿਲੇ ਸੰਸਾਰ ਯੁੱਧ ਦੌਰਾਨ ਵਿਦਰੋਹੀ ਵਿਚਾਰਾਂ ਨੂੰ ਕਰੜੇ ਹੱਥੀ ਨਜਿੱਠਣ ਲਈ ਸਾਮਰਾਜਵਾਦੀ ਅੰਗਰੇਜ਼ਾਂ ਨੇ ਅੰਗਰੇਜ਼ੀ ਸਰਕਾਰ ਨੇ ਡਿਫੈਂਸ ਆਫ ਇੰਡੀਆ ਐਕਟ ਪਾਸ ਕੀਤਾ। ਅੰਗਰੇਜ਼ਾਂ ਨੇ ਇਸ ਕਾਨੂੰਨ ਦੀ ਆੜ ਵਿੱਚ ਭਾਰਤੀਆਂ ਤੇ ਗੈਰ ਮਨੁੱਖੀ ਤਸ਼ੱਦਦ ਕੀਤੇ। ਇਹ ਕਾਨੂੰਨ ਅੰਗਰੇਜ਼ੀ ਸਰਕਾਰ ਨੂੰ ਇੰਨੀਆਂ ਸ਼ਕਤੀਆਂ ਦਿੰਦਾ ਸੀ, ਇੰਨੀ ਪਾਵਰ ਦਿੰਦਾ ਸੀ ਕਿ ਸਾਮਰਾਜੀ ਸਰਕਾਰ ਨੇ ਇਸ ਨੂੰ ਕਿਵੇਂ ਨਾ ਕਿਵੇਂ ਅੱਗੇ ਚਲਾਉਣਾ ਚਾਹਿਆ। ਸੋ ਅਖਬਾਰ ਕਹਿੰਦਾ ਹੈ, ਸੋ ਇਹੀ ਕਾਨੂੰਨ ਰੌਲ ਐਕਟ ਦੇ ਨਾਂ ਦੇ ਨਾਲ ਦੁਬਾਰਾ ਪਾਸ ਕੀਤਾ ਗਿਆ, ਪਰ ਭਾਰੀ ਵਿਰੋਧ ਕਾਰਨ ਅੰਗਰੇਜ਼ੀ ਸਰਕਾਰ ਨੂੰ ਇਹ ਕਾਨੂੰਨ ਸੰਨ 1922 ਵਿੱਚ ਵਾਪਸ ਲੈਣਾ ਪਿਆ। ਸੰਨ 1939 ਵਿੱਚ ਦੂਸਰੀ ਸੰਸਾਰ ਜੰਗ ਸ਼ੁਰੂ ਹੋਣ ਨਾਲ ਉਹੀ ਪੁਰਾਣਾ ਕਾਨੂੰਨ ਡਿਫੈਂਸ ਆਫ ਇੰਡੀਆ ਐਕਟ ਦੁਬਾਰਾ ਲਿਆਂਦਾ ਗਿਆ ਅਤੇ ਕੁਝ ਹੋਰ ਸੋਧਾਂ ਕਰਕੇ ਇਸ ਨੂੰ ਲਾਗੂ ਕਰ ਦਿੱਤਾ ਗਿਆ। ਅੰਗਰੇਜ਼ਾਂ ਨੇ ਭਾਰਤ ਵਿੱਚ ਵਿਰੋਧੀ ਚੰਗਿਆੜੀਆਂ ਦਬਾਉਣ ਲਈ ਇਸ ਕਾਨੂੰਨ ਦੀ ਮਨਮਰਜ਼ੀ ਦੇ ਨਾਲ ਵਰਤੋਂ ਕੀਤੀ। ਇਸ ਲਈ ਭਾਰਤੀ ਸੰਵਿਧਾਨ ਘਾੜਿਆਂ ਵਿੱਚ ਇਹ ਆਮ ਸਹਿਮਤੀ ਸੀ ਕਿ ਆਜ਼ਾਦ ਭਾਰਤ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਨਾਂ ਤਹਿਤ ਕੋਈ ਕਾਨੂੰਨ ਨਹੀਂ ਹੋਵੇਗਾ। ਉਂਝ 1950 ਵਿੱਚ ਹੀ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਪਟੇਲ ਨੇ ਪਬਲਿਕ ਡਿਫੈਂਸ ਐਕਟ ਦੇ ਨਾਂ ਹੇਠ ਆਜ਼ਾਦ ਭਾਰਤ ਵਿੱਚ ਪਹਿਲਾ ਇਹ ਜਿਹੜਾ ਹੈ ਪ੍ਰੀਵੈਂਟਿਵ ਡਿਟੈਂਸ਼ਨ ਐਕਟ ਲਿਆਂਦਾ ਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਲੀਡਰ AK ਗੋਪਾਲਨ ਇਸ ਤਹਿਤ ਗ੍ਰਿਫਤਾਰ ਹੋਣ ਵਾਲੇ ਪਹਿਲੇ ਸ਼ਖਸ ਸਨ। ਇਹ ਐਕਟ ਸਾਲ ਦਰ ਸਾਲ ਨਵਿਆਇਆ ਜਾਂਦਾ ਰਿਹਾ, ਨਵਾਂ ਰੂਪ ਦਿੰਦਾ ਜਾਂਦਾ ਰਿਹਾ। ਸੰਨ 1967-68 ਤੱਕ 1967-68 ਤੱਕ ਇਹ ਚੱਲਦਾ ਰਿਹਾ ਲਗਾਤਾਰ। ਇਸ ਦੌਰਾਨ ਸੰਨ 1962 ਦੇ ਭਾਰਤ ਚੀਨ ਯੁੱਧ ਦੌਰਾਨ ਅਖਬਾਰ ਕਹਿੰਦਾ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਲਈ ਡਿਫੈਂਸ ਆਫ ਇੰਡੀਆ ਐਕਟ
1962 ਪਾਸ ਕੀਤਾ ਗਿਆ, ਜਿਸ ਦੀ ਵਰਤੋਂ 1965 ਤੋਂ 1971 ਦੀਆਂ ਭਾਰਤ ਪਾਕਿਸਤਾਨ ਜੰਗਾਂ ਦੌਰਾਨ ਵੀ ਕੀਤੀ ਗਈ ਅਤੇ ਇਸੇ ਐਕਟ ਅਧੀਨ ਐਮਰਜੈਂਸੀ ਦੌਰਾਨ ਵੀ ਕੁਝ ਗ੍ਰਿਫਤਾਰੀਆਂ ਹੋਈਆਂ ਸਨ, ਪਰ ਕੁਝ ਹੀ ਸਮੇਂ ਬਾਅਦ ਹਾਈ ਕੋਰਟ ਨੇ ਇਹਨਾਂ ਗ੍ਰਿਫਤਾਰੀਆਂ ਤੇ ਰੋਕ ਲਾ ਦਿੱਤੀ ਸੀ। ਤੇ ਅਖਬਾਰ ਕਹਿੰਦਾ ਕਿ ਸਨ 1967 ਚ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ UAPA, ਜਾਣਦੇ ਹੋ ਨਾ, UAPA ਐਕਟ ਲਿਆਂਦਾ, ਜੋ ਉਸ ਸਮੇਂ ਦੀ ਹੋਰ ਪ੍ਰੀਵੈਂਟਿਵ ਡਿਟੈਂਸ਼ਨ ਕਾਨੂੰਨਾਂ ਦੇ ਮੁਕਾਬਲੇ ਕਾਫੀ ਹਲਕਾ ਸੀ। ਸਨ 1967 ਵਿੱਚ ਕਾਂਗਰਸ ਪਾਰਟੀ ਵਿੱਚ ਫੁੱਟ ਪੈਣ ਕਰਕੇ ਇੰਦਰਾ ਗਾਂਧੀ ਪਾਰਲੀਮੈਂਟ ਵਿੱਚ ਘੱਟ ਗਿਣਤੀਆਂ 'ਚ ਆ ਗਈ। ਉਸ ਸਮੇਂ ਇੰਦਰਾ ਗਾਂਧੀ ਨੇ ਕਮਿਊਨਿਸਟ ਪਾਰਟੀ ਨਾਲ ਸਮਝੌਤਾ ਕੀਤਾ ਤੇ ਇਸ ਤਰੀਕੇ ਸੱਤਾ ਵਿੱਚ ਕਾਇਮ ਰਹੀ, ਪਰ ਕਮਿਊਨਿਸਟ ਪਾਰਟੀ ਦੇ ਭਾਰੀ ਵਿਰੋਧ ਕਾਰਨ ਉਸ ਨੂੰ ਸਨ 1950 ਵਾਲਾ ਪਬਲਿਕ ਡਿਫੈਂਸ ਐਕਟ ਰੱਦ ਕਰਨਾ ਪਿਆ। ਸਨ 1971 ਵਿੱਚ ਜਦ ਇੰਦਰਾ ਗਾਂਧੀ ਪੂਰੇ ਬਹੁਮਤ ਨਾਲ ਸਰਕਾਰ ਵਿੱਚ ਆਈ ਸੀ ਤਾਂ ਉਸ ਨੇ ਪ੍ਰੀਵੈਂਟਿਵ ਡਿਟੈਂਸ਼ਨ ਲਈ ਮੀਸਾ ਨਾਂ ਦਾ ਬਹੁਤ ਸਖਤ ਕਾਨੂੰਨ ਪਾਸ ਕੀਤਾ, ਯਾਦ ਹੋਵੇਗਾ, ਜਿਸ ਦੀ ਐਮਰਜੈਂਸੀ ਸਮੇਂ ਬਹੁਤ ਜ਼ਿਆਦਾ ਵਰਤੋਂ ਤੇ ਦੁਰਵਰਤੋਂ ਕੀਤੀ ਗਈ। ਮੀਸਾ ਦਾ ਪੂਰਾ ਨਾਂ ਤਾਂ ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ ਸੀ। ਇੰਦਰਾ ਗਾਂਧੀ ਦਾ ਕਾਰਜਕਾਲ ਉਸ ਦੀਆਂ ਆਰਥਿਕ ਨੀਤੀਆਂ ਕਰਕੇ ਹਮੇਸ਼ਾ ਚਰਚਾ ਦਾ ਵਿਸ਼ਾ ਰਿਹਾ ਹੈ। ਤੇ ਅਖਬਾਰ ਕਹਿੰਦਾ ਕਿ ਸਨ 1974 ਵਿੱਚ ਹੀ ਇੰਦਰਾ ਗਾਂਧੀ ਨੇ ਇੱਕ ਹੋਰ ਚੰਨ ਚਾੜਿਆ, ਕੋ ਪੈਸਾ ਐਕਟ ਪਾਸ ਕਰਵਾਇਆ। ਮੀਸਾ ਤਹਿਤ ਐਮਰਜੈਂਸੀ ਦੌਰਾਨ ਇੰਨੀਆਂ ਗ੍ਰਿਫਤਾਰੀਆਂ ਹੋਈਆਂ ਕਿ 1977 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਜਨਤਾ ਪਾਰਟੀ ਦੀ ਸਰਕਾਰ ਨੇ ਮੀਸਾ ਖਤਮ ਕਰ ਦਿੱਤਾ ਸੀ ਤੇ 1980 ਵਿੱਚ ਇੰਦਰਾ ਗਾਂਧੀ ਸੱਤਾ ਉੱਪਰ ਫੇਰ ਕਾਬਜ ਹੋਈ ਤਾਂ ਨੈਸ਼ਨਲ ਸਿਕਿਉਰਿਟੀ ਐਕਟ ਨਾਂ ਤਹਿਤ ਨਵਾਂ ਕਾਨੂੰਨ ਪਾਸ ਕੀਤਾ ਗਿਆ। ਤੇ ਅਖਬਾਰ ਅੱਗੇ ਲਿਖਦਾ ਹੈ ਕਿ 1984 ਫੇਰ ਆਉਂਦਾ ਹੈ। ਸਨ 1984 ਵਿੱਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਰਾਜੀਵ ਗਾਂਧੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਤੇ ਉਸ ਨੇ 1 ਸਾਲ ਬਾਅਦ ਹੀ 1985 ਵਿੱਚ ਟਾਡਾ ਪਾਸ ਕੀਤਾ, ਜੋ 1985 ਤੋਂ 1995 ਤੱਕ 10 ਸਾਲ ਚੱਲਦਾ ਰਿਹਾ। ਮਗਰੋਂ ਨਰਸਿਮਹਾ ਰਾਓ ਸਰਕਾਰ ਨੇ ਟਾਡਾ ਖਤਮ ਕਰ ਦਿੱਤਾ। ਤੇ ਆਓ ਸਨ ਸਤੰਬਰ 2001 ਵਿੱਚ ਸੰਯੁਕਤ ਰਾਸ਼ਟਰ ਨੇ ਮਤਾ ਪਾਸ ਕਰਕੇ ਸਾਰੇ ਸੰਸਾਰ ਦੇ ਮੁਲਕਾਂ ਨੂੰ ਅੱਤਵਾਦ ਨਾਲ ਨਜਿੱਠਣ ਲਈ ਸਖਤ ਕਦਮ ਚੁੱਕਣ ਲਈ ਕਿਹਾ ਸੀ। ਉਹ ਜਾਣਦੇ ਹਾਂ, ਇਸ ਤਹਿਤ ਹੀ ਅੱਤਵਾਦ ਨਾਲ ਲੜਨ ਲਈ ਅਟਲ ਬਿਹਾਰੀ ਵਾਜਪੇਈ ਸਰਕਾਰ ਨੇ 2001 ਵਿੱਚ ਪੋਟਾ ਲਿਆਂਦਾ। ਪੋਟਾ ਲੋਕ ਸਭਾ ਵਿੱਚ ਤਾਂ ਪਾਸ ਹੋ ਗਿਆ, ਪਰ ਰਾਜ ਸਭਾ ਵਿੱਚ ਪਾਸ ਨਾ ਹੋ ਸਕਿਆ। ਇਸ ਲਈ ਰਾਸ਼ਟਰਪਤੀ ਦੁਆਰਾ ਸੰਸਦ ਦੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਬੁਲਾਈ ਗਈ। ਇਸ ਸਾਂਝੀ ਬੈਠਕ ਵਿੱਚ ਫਿਰ ਇਹ ਵੀ ਪੋਟਾ ਪਾਸ ਕੀਤਾ ਗਿਆ। ਸਨ 2004 ਦੀਆਂ ਆਮ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਇਹ ਮੁੱਦਾ ਬਣਾਇਆ ਕਿ ਸਰਕਾਰ ਬਣਦੇ ਸਾਰ ਹੀ ਪੋਟਾ ਖਤਮ ਕਰ ਦਿੱਤਾ ਜਾਵੇਗਾ। ਸੋ ਸੱਤਾ ਵਿੱਚ ਆਉਂਦਿਆਂ ਹੀ ਮਨਮੋਹਨ ਸਿੰਘ ਦੀ ਸਰਕਾਰ ਨੇ ਪੋਟਾ ਦਾ ਅੰਤ ਕਰ ਦਿੱਤਾ, ਪਰ ਜਲਦੀ ਹੀ ਉਹਨਾਂ ਦੀ ਸਰਕਾਰ ਵੀ ਪ੍ਰੀਵੈਂਟਿਵ ਡਿਟੈਂਸ਼ਨ ਵਾਲੇ ਪਾਸੇ ਨੂੰ ਹੋ ਤੁਰੀ। ਇਸ ਸਰਕਾਰ ਨੇ ਕੋਈ ਨਵਾਂ ਕਾਨੂੰਨ ਬਣਾਉਣ ਦੀ ਥਾਂ ਸਨ 1960 ਵਾਲੇ UAPA ਨੂੰ ਹੀ ਕੁਝ ਸੋਧਾਂ ਕਰਕੇ ਮੁੜ ਵਰਤੋਂ ਵਿੱਚ ਲਿਆਂਦਾ। ਇਸ ਦਾ ਤਤਕਾਲੀਨ ਕਾਰਨ ਮੁੰਬਈ ਵਿੱਚ ਹੋਏ ਅੱਤਵਾਦੀ ਹਮਲੇ ਸਨ। ਸਨ 2019 ਵਿੱਚ ਇਸ ਨੂੰ ਮੁੜ ਸੋਧ ਕਰਕੇ ਜ਼ਿਆਦਾ ਕਠੋਰ ਬਣਾ ਦਿੱਤਾ ਗਿਆ। ਤੇ ਅਖਬਾਰ ਲਿਖਦਾ ਹੈ ਕਿ ਅਗਸਤ 2019 ਵਿੱਚ ਜਦ ਜੰਮੂ ਕਸ਼ਮੀਰ ਵਿੱਚ ਇਸ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਗਈ ਸੀ ਤਾਂ ਸਵੀਡਨ ਦੀ ਕੌਮਾਂਤਰੀ ਸੰਸਥਾ ਵੀਡੈਮ ਨੇ ਇਸ ਬਾਰੇ ਬਹੁਤ ਸਖਤ ਟਿੱਪਣੀਆਂ ਕੀਤੀਆਂ ਸਨ। ਤੁਹਾਡੀ ਇਨਫੋਰਮੇਸ਼ਨ ਦੇ ਵਿੱਚ ਵਾਧਾ ਹੋਇਆ ਹੋਵੇਗਾ, ਜਾਣਕਾਰੀ ਦੇ ਵਿੱਚ ਵਾਧਾ ਹੋਇਆ ਹੋਵੇਗਾ। ਭਾਰਤ ਵਿੱਚ ਇਹਤਿਆਤੀ ਹਿਰਾਸਤ ਦਾ ਇਤਿਹਾਸ। ਲੇਖਕ ਸਨ ਪ੍ਰਵਿੰਦਰ ਸਿੰਘ ਢੀਂਡਸਾ। ਵੌਇਸ ਆਫ ਸਿਟੀ 1320 AM ਪੜ੍ਹਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਹੋਈਆਂ ਹੋਣਗੀਆਂ, ਉਸ ਲਈ ਖਿਮਾ ਦੇ ਜਾਚਕਾਂ।